ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਬਾਣੀ ਦੇ ਪ੍ਰਕਾਸ਼ ਵਿੱਚ ਦੀਨ ਦੁਨੀਆ ਤੇਰੀ ਟੇਕ ਬਾਰੇ ਵਿਚਾਰ ਕਰਨਾ ਹੈ। ਇਹ ਵਿਚਾਰ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਪੁਸਤਕ ਮਾਰਗ ਮੋਤੀ ਵਿੱਚੋਂ ਲਏ ਗਏ ਹਨ ਤੇ ਵਕਤਾ ਹਨ ਸੁਖਿੰਦਰਪਾਲ ਸਿੰਘ ਅਲੱਗ, ਸਕੱਤਰ ਜਨਰਲ ਅਲੱਗ ਸ਼ਬਦ ਯੱਗ ਚੈਰੀਟੇਬਲ ਟਰੱਸਟ ਲੁਧਿਆਣਾ। ਟੈਲੀਫੋਨ ਨੰਬਰ 9988400018। ਪਰਮਾਤਮਾ ਦੀ ਹਸਤੀ ਸ਼ਕਤੀ ਸਰਬ ਵਿਆਪਕ ਹੈ। ਦਿਸਦੇ ਅਣਦਿਸਦੇ ਸਾਰੇ ਪਸਾਰੇ ਦਾ ਉਹ ਸਿਰਜਣਹਾਰ ਹੈ, ਚਲਾਉਣਹਾਰ ਹੈ। ਕਾਇਨਾਤ ਦੇ ਜ਼ਰੇ ਜ਼ਰੇ ਤੇ ਉਸ ਦਾ ਹੁਕਮ ਚੱਲਦਾ ਹੈ। ਸਭ ਸੰਸਾਰ ਉਸ ਦੇ ਓਟ ਆਸਰੇ ਤੇ ਟੇਕ ਵਿੱਚ ਹੀ ਥਿਰ ਹੈ। ਉਸ ਦੀ ਟੇਕ ਨਾ ਹੋਵੇ ਤਾਂ ਕੋਈ ਵੀ ਚੀਜ਼ ਇੱਕ ਖਿਣ ਪਲ ਲਈ ਵੀ ਟਿਕ ਨਹੀਂ ਸਕਦੀ ਅਤੇ ਉਹ ਖੇਰੂ ਖੇਰੂ ਹੋ ਕੇ ਫਨਾਹ ਹੋ ਜਾਂਦੀ ਹੈ। ਵੱਡੇ ਵੱਡੇ ਸਮੁੰਦਰ ਤੇ ਪਹਾੜ ਉਸ ਦੀ ਟੇਕ ਦੇ ਆਸਰੇ ਤੇ ਹੀ ਵੱਡੇ ਲੱਗਦੇ ਹਨ। ਉਸ ਦੀ ਜ਼ਰਾ ਟੇਕ ਹਿੱਲੀ ਨਹੀਂ ਕਿ ਸੁਨਾਮੀ ਲਹਿਰਾਂ ਸਮੁੰਦਰ ਨੂੰ ਉਛਾਲ ਕੇ ਰੱਖ ਦਿੰਦੀਆਂ ਹਨ ਅਤੇ ਪਹਾੜ ਕੰਬਣ ਲੱਗ ਪੈਂਦੇ ਹਨ। ਸਾਰੇ ਹੀ ਜਗਤ ਵਿੱਚ ਹੋਈ ਨਿੱਕੀ ਤੋਂ ਨਿੱਕੀ ਚੀਜ਼ ਵੀ ਐਸੀ ਨਹੀਂ ਜਿਸ ਨੂੰ ਸਿਰਜਣਹਾਰ ਤੋਂ ਵੱਖਰੀ ਕਿਹਾ ਜਾ ਸਕੇ। ਇਹ ਜਗਤ ਦਾ ਤਮਾਸ਼ਾ ਉਸ ਪ੍ਰਭੂ ਪਰਮਾਤਮਾ ਨੇ ਆਪ ਹੀ ਰਚਿਆ ਹੈ। ਉਹ ਆਪ ਹੀ ਤਮਾਸ਼ਾ ਕਰ ਰਿਹਾ ਹੈ ਅਤੇ ਆਪ ਹੀ ਦੇਖ ਰਿਹਾ ਹੈ। ਆਪ ਹੀ ਨਾਦ ਵਜਾ ਰਿਹਾ ਹੈ ਅਤੇ ਆਪ ਹੀ ਸੁਣ ਸੁਣ ਕੇ ਖੁਸ਼ ਹੋ ਰਿਹਾ ਹੈ। ਸਭ ਕੁਝ ਉਸ ਦੇ ਹੁਕਮ ਦੇ ਤਾਬੇ ਹੈ ਅਤੇ ਉਸ ਦੀ ਟੇਕ ਵਿੱਚ ਹੈ। ਇਵੇਂ ਪਰਮਾਤਮਾ ਨੇ ਕਮਾਲ ਦੀ ਜੁਗਤ ਚਲਾਈ ਹੋਈ ਹੈ ਅਤੇ ਵਿਰੋਧੀ ਤੱਤ ਇਕੱਠੇ ਕੀਤੇ ਪਏ ਹਨ। ਉਸ ਪਾਸ ਅੱਗ ਪਾਣੀ ਦਾ ਸੁਮੇਲ ਹੈ, ਲੱਕੜ ਵਿੱਚ ਅੱਗ ਭਰੀ ਪਈ ਹੈ, ਪਰ ਉਹ ਉਸ ਵਿੱਚ ਬਿਲਕੁਲ ਸੁਰੱਖਿਅਤ ਹੈ। ਸਾਰੇ ਜੀਵ ਜੰਤੂ ਇੱਕ ਪ੍ਰਕਾਰ ਦੀਆਂ ਪਰਮਾਤਮਾ ਦੀਆਂ ਪੁਤਲੀਆਂ ਹਨ ਜੋ ਉਸ ਦੀ ਟੇਕ ਅਤੇ ਇਸ਼ਾਰੇ ਉੱਤੇ ਨੱਚਦੀਆਂ ਹਨ। ਇਹ ਬਹੁਰੰਗੀ ਸੰਸਾਰ ਵਿੱਚ ਪਰਮਾਤਮਾ ਦਾ ਪ੍ਰਤਾਪ ਹਰ ਥਾਂ ਮੌਜੂਦ ਹੈ। ਸਭ ਨੇ ਨੱਕਾਂ ਵਿੱਚ ਪਰਮਾਤਮਾ ਨੇ ਆਪਣੀ ਨੱਥ ਪਾ ਕੇ ਰੱਖੀ ਹੋਈ ਹੈ ਤੇ ਉਸ ਦੀ ਡੋਰੀ ਉਸ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਸਭ ਨੂੰ ਉਸ ਦੇ ਹੁਕਮ ਵਿੱਚ ਰਹਿ ਕੇ ਹੀ ਸੁੱਖ ਸ਼ਾਂਤੀ ਅਤੇ ਸੁਰੱਖਿਆ ਪ੍ਰਾਪਤ ਹੁੰਦੀ ਹੈ। ਦੀਨ ਦੁਨੀਆ ਤੇਰੀ ਟੇਕ ਨਾਮੀ ਇਸ ਨਿੱਕੀ ਜਿਹੀ ਅਤੇ ਬੜੀ ਸਰਲ ਜਿਹੀ ਪੰਕਤੀ ਵਿੱਚ ਸਾਰੇ ਸੰਸਾਰ ਦੀ ਹਸਤੀ ਦਾ ਤੱਤ ਲੁਕਿਆ ਪਿਆ ਹੈ। ਇਹ ਅਮਰ ਬਚਨ ਹਨ ਜੋ ਮਨੁੱਖ ਨੂੰ ਪ੍ਰਭੂ ਆਰਾਧਨਾ, ਪ੍ਰਭੂ ਪ੍ਰੇਮ ਵੱਲ ਆਕਰਸ਼ਿਤ ਕਰਦੇ ਰਹਿੰਦੇ ਹਨ ਅਤੇ ਉਸ ਨੂੰ ਅਸੀਮ ਪਰਮਾਤਮਾ ਦੀ ਟੇਕ ਹੇਠ ਬਣਾਈ ਰੱਖਣ ਦੀ ਪ੍ਰੇਰਨਾ ਬਖਸ਼ਦੇ ਰਹਿੰਦੇ ਹਨ। ਪੈਰੋ ਰਾਗ ਵਿੱਚ ਉਚਾਰਨ ਕੀਤੇ ਗਏ ਆਪਣੇ ਅਨਮੋਲ ਵਿਚਾਰਾਂ ਵਾਲੇ ਇਸ ਸ਼ਬਦ ਵਿੱਚ ਪੰਚਮ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਹੇ ਸਰਬ ਸ਼ਕਤੀਮਾਨ ਅਕਾਲ ਪੁਰਖ ਪਿਤਾ ਜੀਓ, ਇਸ ਲੋਕ ਤੇ ਪਰਲੋਕ ਵਿੱਚ ਹਰ ਜੀਵ ਜੰਤੂ ਨੂੰ ਆਪ ਜੀ ਦਾ ਹੀ ਓਟ ਆਸਰਾ, ਟੇਕ ਤੇ ਸਹਾਰਾ ਹੈ। ਇਸ ਵਿਕਾਰਾਂ ਨਾਲ ਭਰੇ ਸੰਸਾਰ ਵਿੱਚ ਮਨੁੱਖ ਆਪ ਜੀ ਦੇ ਭਾਣੇ ਤੇ ਹੁਕਮ ਵਿੱਚ ਵਿਚਰ ਕੇ ਹੀ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਪਰਮਾਤਮਾ ਦਾ ਆਸਰਾ ਮਿਲ ਜਾਵੇ ਤਾਂ ਮੌਤ ਦਾ ਭੈ ਮੁੱਕ ਜਾਂਦਾ ਹੈ ਅਤੇ ਮਾਇਆ ਦੇ ਮੋਹ ਦੀ ਫਾਹੀ ਵੀ ਟੁੱਟ ਜਾਂਦੀ ਹੈ। ਹੇ ਪ੍ਰਭੂ ਜੀ, ਮਨੁੱਖ ਆਪ ਜੀ ਦੀ ਟੇਕ ਵਿੱਚ ਰਹਿਣ ਦੁਆਰਾ ਹੀ ਆਤਮਕ ਆਨੰਦ ਮਾਣਦਾ ਹੈ ਅਤੇ ਗੁਰੂ ਵੱਲੋਂ ਬਖਸ਼ਿਆ ਹੋਇਆ ਆਪ ਜੀ ਦਾ ਨਾਮ ਮੰਤਰ ਧਿਆਉਂਦਾ ਰਹਿੰਦਾ ਹੈ। ਪਰਮਾਤਮਾ ਦੇ ਨਾਮ ਦੇ ਸਹਾਰੇ ਹੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਪਰਮਾਤਮਾ ਹੀ ਸਭ ਦੀ ਰੱਖਿਆ ਕਰਨ ਦੇ ਸਮਰੱਥ ਹੈ ਅਤੇ ਮਿਹਰਬਾਨ ਪ੍ਰਭੂ ਪਿਤਾ ਸਾਰੇ ਸੁੱਖਾਂ ਦਾ ਸਾਗਰ ਹੈ। ਸ਼ਬਦ ਦੇ ਬਚਨ ਇਵੇਂ ਹਨ। ਪੈਰੋ ਮੱਲਾ ਪੰਜਵਾਂ। ਤੇਰੀ ਟੇਕ ਰਹਾ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ, ਤੇਰੀ ਟੇਕ ਨਾ ਪੋਹੇ ਕਾਲ, ਤੇਰੀ ਟੇਕ ਬਿਨਸੈ ਜੰਜਾਲ, ਦੀਨ ਦੁਨੀਆ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ ਰਹਾਓ, ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ, ਤੇਰੀ ਟੇਕ ਤਰੀਏ ਭਉ ਸਾਗਰ, ਰਾਖਣ ਹਾਰ ਪੂਰਾ ਸੁਖ ਸਾਗਰ, ਤੇਰੀ ਟੇਕ ਨਾਹੀਂ ਭਉ ਕੋਏ, ਅੰਤਰਜਾਮੀ ਸਾਚਾ ਸੋਏ, ਤੇਰੀ ਟੇਕ ਤੇਰਾ ਮਨ ਤਾਣ, ਇਹਾਂ ਉਹਾਂ ਤੂੰ ਦੀਵਾਨ, ਤੇਰੀ ਟੇਕ ਤੇਰਾ ਪਰਵਾਸਾ, ਸਗਲ ਧਿਆਵੋ ਪ੍ਰਭ ਗੁਣ ਦਾਸਾ।
ਜਪ ਜਪ ਆਨੰਦ ਕਰੈ ਤੇਰੇ ਦਾਸਾ, ਸਿਮਰ ਨਾਨਕ ਸਾਚੇ ਗੁਣ ਤਾਸਾ। ਪਰਮਾਤਮਾ ਦੀ ਟੇਕ ਵਿੱਚ ਰਹਿਣ ਨਾਲ ਮਿਲਦੇ ਕਿਤਨੇ ਸੁੱਖਾਂ ਤੇ ਸਤਿਕਾਰਾਂ ਦਾ ਇਸ ਸ਼ਬਦ ਵਿੱਚ ਵਰਣਨ ਹੈ। ਪਰ ਪਰਮਾਤਮਾ ਦੀ ਟੇਕ ਵਿੱਚ ਬਣੇ ਰਹਿਣ ਲਈ ਪਰਮਾਤਮਾ ਵੱਲ ਮੂੰਹ ਕਰੀ ਰੱਖਣਾ ਜ਼ਰੂਰੀ ਹੈ। ਉਸ ਦੀ ਆਰਾਧਨਾ ਵਿੱਚ ਜੁੜਨਾ ਸੁੱਚਾ ਕਰਮ ਹੈ। ਨੇਕ ਗੁਣਾਂ ਦਾ ਧਾਰਨੀ ਹੋਣਾ ਅਤੀ ਜ਼ਰੂਰੀ ਹੈ ਅਤੇ ਸਦਾਚਾਰਕ, ਸਮਾਜਿਕ ਅਤੇ ਆਤਮਿਕ ਪੱਖੋਂ ਸੁੱਚਾ ਜੀਵਨ ਜੀਣ ਲਈ ਸਭ ਔਗਣਾਂ ਦਾ ਤਿਆਗ ਕਰਨਾ ਪ੍ਰਥਮ ਆਵਸ਼ਕਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ੁੱਧ ਜੀਵਨ ਗ੍ਰਹਿਣ ਕਰਨ ਲਈ ਉਪਦੇਸ਼ ਕਰਦੇ ਹਨ ਕਿ ਸਭ ਤੋਂ ਪਹਿਲੇ ਪਰਾਈ ਨਿੰਦਾ ਦਾ ਤਿਆਗ ਕਰਨਾ ਜ਼ਰੂਰੀ ਹੈ, ਤਾਂ ਕਿ ਮਨ ਹਰ ਕਿਸੇ ਲਈ ਸਦਭਾਵਨਾ ਵਾਲਾ ਬਣਿਆ ਰਹੇ। ਪਰਮਾਤਮਾ ਦੀ ਟੇਕ ਪ੍ਰਾਪਤ ਕਰਨ ਲਈ ਇਹ ਖੂਬੀ ਸਹਾਈ ਸਿੱਧ ਹੋ ਸਕਦੀ ਹੈ। ਨਿੰਦਾ ਬਖੀਲੀ ਨੂੰ ਤਿਲਾਂਜਲੀ ਦੇਣ ਨਾਲ ਮਨ ਦੀ ਚਿੰਤਾ ਮੁੱਕ ਜਾਂਦੀ ਹੈ। ਇਸ ਤੋਂ ਮਗਰੋਂ ਵਿਸ਼ੇ ਵਿਕਾਰਾਂ 'ਤੇ ਕਾਬੂ ਪਾਉਣਾ ਜ਼ਰੂਰੀ ਹੈ ਅਤੇ ਲੋਭ ਮੋਹ ਆਦਿ ਨੂੰ ਦੂਰ ਕਰਨਾ ਲਾਜ਼ਮੀ ਹੈ। ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣ ਨਾਲ ਦੁਨਿਆਵੀ ਮੋਹ ਮਾਇਆ ਤੋਂ ਨਜਾਤ ਮਿਲ ਸਕਦੀ ਹੈ। ਤਿਆਗੀ ਬਿਰਤੀ ਵੀ ਮੋਹ ਮਾਇਆ ਤੋਂ ਛੁਟਕਾਰਾ ਦਿਵਾ ਦਿੰਦੀ ਹੈ ਅਤੇ ਇਹਨਾਂ ਖਸਲਤਾਂ ਦੇ ਧਾਰਨੀ ਹੋਣ ਨਾਲ ਰੱਬੀ ਟੇਕ ਪਰਪੱਕ ਹੁੰਦੀ ਹੈ। ਜੇ ਵਾਹਿਗੁਰੂ ਦੀ ਟੇਕ ਦਾ ਆਨੰਦ ਮਾਣਨਾ ਹੋਵੇ ਤਾਂ ਮਨ ਵਿੱਚੋਂ ਹਰ ਪ੍ਰਕਾਰ ਦੇ ਅਭਿਮਾਨ ਨੂੰ ਛੱਡਣਾ ਅਤੀ ਜ਼ਰੂਰੀ ਹੈ, ਕਿਉਂਕਿ ਨਾਮ ਅਤੇ ਅਭਿਮਾਨ ਦੋਨੋਂ ਇਕੱਠੇ ਨਹੀਂ ਨਿਭ ਸਕਦੇ। ਨਾਮ ਸੇਵੀ ਮਨੁੱਖ ਆਪਣੇ ਰਘੂਨਾਥ ਉੱਤੇ ਟੇਕ ਰੱਖਦਾ ਹੋਇਆ ਨਿਮਰ ਹੁੰਦਾ ਹੈ, ਹਲੀਮ ਤੇ ਸੁਹਿਰਦ ਹੁੰਦਾ ਹੈ, ਦੂਜੇ ਨਾਲ ਪਿਆਰ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ। ਉਹ ਮਾਨਵੀ ਸੇਵਾ ਕਰਨ ਨੂੰ ਆਪਣੇ ਤਨ ਭਾਗ ਸਮਝਦਾ ਹੈ। ਅਭਿਮਾਨੀ ਪੁਰਸ਼ ਅਜਿਹਾ ਕੁਝ ਨਹੀਂ ਕਰਦਾ। ਉਹ ਤਾਂ ਆਪਣੇ ਮਨ ਦੀ ਮਰਜ਼ੀ 'ਤੇ ਚੱਲਦਿਆਂ ਹੋਇਆਂ ਆਪਣੀ ਜ਼ਮੀਰ ਨੂੰ ਵੇਚ ਕੇ ਵੀ ਆਪਣੀ ਹਉਮੈ ਨੂੰ ਉਭਾਰਨ ਵਿੱਚ ਖੁਸ਼ੀ ਪ੍ਰਾਪਤ ਕਰਦਾ ਰਹਿੰਦਾ ਹੈ ਅਤੇ ਆਪਣੇ ਤਾਣੇ ਬਾਣੇ ਵਿੱਚ ਹੀ ਉਲਝਿਆ ਰਹਿੰਦਾ ਹੈ। ਉਸ ਲਈ ਉੱਚੇ ਸੁੱਚੇ ਕਲਾਕ ਦਾ ਕੋਈ ਮੁੱਲ ਨਹੀਂ ਤੇ ਉਹ ਆਪਣੀ ਟੇਕ ਅਤੇ ਆਪਣੇ ਬਲਬੂਤੇ 'ਤੇ ਚੱਲ ਕੇ ਆਪਣੀ ਹਸਤੀ ਦੀ ਅਖੌਤੀ ਵਡਿੱਟਣ ਦਾ ਢੰਡੋਰਾ ਦਿੰਦਾ ਫਿਰਦਾ ਹੈ ਤੇ ਉਸ ਵਿੱਚ ਹੀ ਗਲਤਾਨ ਰਹਿੰਦਾ ਹੈ। ਉਸ ਨੂੰ ਇਸ ਗੱਲ ਦੀ ਸੋਝੀ ਹੀ ਨਹੀਂ ਕਿ ਝੂਠੇ ਮਾਨ ਕਹਾਂ ਕਰੈ, ਜਗ ਸੁਪਨੇ ਜੋ ਜਾਨ, ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਿਹੋ ਬਖਾਨ। ਪਰ ਇਸ ਦੇ ਉਲਟ ਪ੍ਰਭੂ ਵਿੱਚ ਟੇਕ ਰੱਖਣ ਵਾਲਾ ਇਹ ਸੋਚਦਾ ਹੈ ਕਿ ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਅਜਿਹਾ ਅਭਿਲਾਸ਼ੀ ਪ੍ਰਭੂ ਦੀ ਟੇਕ ਦੀ ਮਹੱਤਤਾ ਤੋਂ ਵੀ ਅਣਜਾਣ ਨਹੀਂ ਹੈ। ਉਹ ਜਾਣਦਾ ਹੈ, ਮੇਰੇ ਰਾਮ ਰਾਏ ਤੁਧ ਚਿਤ ਆਈਐ ਉਬਰੇ, ਤੇਰੀ ਟੇਕ ਪਰਵਾਸਾ ਤੁਮਰਾ, ਜਪ ਨਾਮ ਤੁਮਾਰਾ ਉਧਰੇ। ਪਰਮਾਤਮਾ ਦੀ ਸ਼ਰਨ ਵਿੱਚ ਆਉਣ ਨਾਲ ਮਨੁੱਖ ਉਧਰ ਸਕਦਾ ਹੈ। ਇਸ ਸ਼ਰਨ ਆਉਣ ਵਿੱਚ ਸੁੱਖ ਹੀ ਸੁੱਖ ਹਨ। ਹੁਕਮ ਹੈ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅੱਗ ਬਣ ਕੇ, ਗੁੱਸਾ ਕਰਕੇ, ਕਿਸੇ ਨੂੰ ਸਾੜ ਕੇ, ਸਤਾ ਕੇ ਕਿਸੇ ਨੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ। ਆਪਣੀ ਹਸਤੀ ਨੂੰ ਫਨਾਹ ਕਰਕੇ ਹੀ ਪ੍ਰਾਪਤੀ ਹੁੰਦੀ ਹੈ। ਅੱਗ ਵਿੱਚ ਜਲ ਕੇ ਰਾਖ ਬਣ ਜਾਣ ਨਾਲ ਹਉਮੈ ਮੁੱਕ ਜਾਂਦੀ ਹੈ। ਆਪਣੀ ਹਸਤੀ ਵਿਨਾਸ਼ ਹੋਈ ਪ੍ਰਤੀਤ ਹੁੰਦੀ ਹੈ। ਫਿਰ ਉਹ ਰਾਖ ਨੂੰ ਲੋਕੀ ਮੱਥੇ 'ਤੇ ਲਗਾ ਕੇ ਸਤਿਕਾਰ ਬਖਸ਼ਦੇ ਹਨ। ਇਤਨਾ ਨਿਮਾਣਾ ਬਣ ਕੇ ਹੀ ਪਰਮਾਤਮਾ ਦੀ ਟੇਕ ਦਾ ਅਦਾਰੀ ਬਣਿਆ ਜਾ ਸਕਦਾ ਹੈ। ਇਸ ਪ੍ਰਥਾਏ ਇੱਕ ਕਵੀ ਦਾ ਕਥਨ ਹੈ, ਮਿਟਾ ਦੇ ਆਪਣੀ ਹਸਤੀ को, अगर तू मर्तबा चाहे, कि दाना खाक में मिलकर गुले गुलजार होता है। इसे प्रथाए गुरबाणी फरमान है, मन तन तेरा धन भी तेरा, तू ठाकुर स्वामी प्रभ मेरा। स्पष्ट है, निमाणा हो के ही टेक मिलती है। मन तन धन सब तुमरा स्वामी, आन न दूजी जाए, ਜਿਉ ਤੂੰ ਰਾਖੈ ਤਿਵ ਹੀ ਰਹਿਣਾ, ਤੁਮਰਾ ਪਹਿਨੇ ਖਾਏ। ਪਰਮਾਤਮਾ ਦੀ ਹਸਤੀ ਵਿੱਚ ਟੇਕ ਰੱਖਣ ਵਾਲਾ ਆਪਣੀ ਹਸਤੀ ਨੂੰ ਕਿਸੇ ਵੀ ਗਿਣਤੀ ਵਿੱਚ ਨਹੀਂ ਲਿਆਉਂਦਾ। ਉਹ ਆਪਣੇ ਆਪ ਨੂੰ ਹਰ ਹਾਲ ਵਿੱਚ ਨਿਤਾਣਾ ਤੇ ਤੁੱਛ ਸਮਝਦਾ ਹੈ ਅਤੇ ਨਿਚੱਜ ਹੋ ਕੇ ਇਹ ਕਬੂਲ ਕਰਦਾ ਹੈ ਕਿ ਨਾਹਿਨ ਗੁਣ ਨਾਹਿਨ ਕਛ ਜਪ, ਤਪ ਕੌਣ ਕਰਮ ਅਬ ਕੀਜੈ,
ਨਾਨਕ ਹਾਰ ਪਰਿਓ ਸਰਨਾਗਤ, ਅਬੈ ਦਾਨ ਪ੍ਰਭ ਦੀਜੈ। ਜਿਹੜਾ ਮਨੁੱਖ ਪਰਮਾਤਮਾ ਦੇ ਦੁਆਰੇ ਤੇ ਡਿੱਗ ਪੈਂਦਾ ਹੈ, ਉਸ ਦੇ ਦਰ ਦਾ ਹੀ ਓਟ ਆਸਰਾ ਤੱਕਦਾ ਹੈ। ਕਿਸੇ ਦੁਨਿਆਵੀ ਪ੍ਰਿਸ਼ਠਾਵਾਨ ਜਾਂ ਦੇਹਧਾਰੀ ਢੋਂਗੀ ਦੀ ਚਾਪਲੂਸੀ ਜਾਂ ਫੋਕੀ ਵਡਿਆਈ ਵੱਲ ਧਿਆਨ ਨਹੀਂ ਦਿੰਦਾ। ਸੰਸਾਰ ਵਿੱਚ ਪਸਰੀ ਮਾਇਆ ਤੋਂ ਅਲਿਪਤ ਰਹਿੰਦਾ ਹੈ। ਉਹੀ ਆਪਣਾ ਜੀਵਨ ਸਫਲ ਕਰਕੇ ਕਾਮਯਾਬਾਂ ਦੀ ਵਾਂਗਰਾ ਮੰਜ਼ਿਲ ਮਕਸੂਦ ਤੇ ਅਪੜਦਾ ਹੈ। ਉਹ ਇਹ ਭਲੀ ਪ੍ਰਕਾਰ ਜਾਣਦਾ ਹੈ ਕਿ ਦੀਨ ਦੁਨੀਆ ਜਿਸ ਦੀ ਟੇਕ ਵਿੱਚ ਚੱਲ ਰਹੀ ਹੈ, ਉਸ ਦਾ ਆਸਰਾ ਹੀ ਸੱਚਾ ਆਸਰਾ ਹੈ, ਯੋਗ ਕਰਮ ਹੈ, ਸਫਲ ਪ੍ਰਯਤਨ ਹੈ, ਉੱਤਮ ਕਿਰਿਆ ਹੈ, ਗਾਡੀ ਰਾਹ ਹੈ। ਅਜਿਹਾ ਅਭਿਲਾਸ਼ੀ ਮਾਇਆ ਦੀ ਨੀਂਦ ਵਿੱਚੋਂ ਸੌਂਦਾ ਨਹੀਂ ਅਤੇ ਸਦਾ ਸੁਚੇਤ ਰਹਿੰਦਾ ਹੈ। ਉਸ ਦੇ ਨੇਤਰ ਹਰ ਸਮੇਂ ਹਰ ਪਾਸੇ ਸਿਰਜਣਹਾਰ ਦੇ ਹੀ ਦਰਸ਼ਨ ਦੀਦਾਰੇ ਕਰਦੇ ਹਨ। ਉਹ ਪਸ਼ੂਆਂ ਪੰਛੀਆਂ ਦੀਆਂ ਆਵਾਜ਼ਾਂ ਵਿੱਚ ਵੀ ਇਲਾਹੀ ਨਾਦ ਦੀ ਹੋਂਦ ਦਾ ਅਹਿਸਾਸ ਤਸੱਵਰ ਕਰਦਾ ਹੈ ਅਤੇ ਸਭ ਪਾਸੇ ਉਸ ਨੂੰ ਤੂੰ ਹੀ ਤੂੰ ਦੀ ਮਿੱਠੀ ਸੁਰੀਲੀ ਆਵਾਜ਼ ਹੀ ਸੁਣਾਈ ਦਿੰਦੀ ਹੈ। ਪ੍ਰਭੂ ਤੇ ਟੇਕ ਰੱਖਣ ਵਾਲਾ ਵਿਅਕਤੀ ਸਗਲ ਭਵਨਾਂ ਦੇ ਮਾਲਕ ਪ੍ਰਭੂ ਦੀ ਅਜ਼ੀਮ ਹਸਤੀ ਦਾ ਦੀਵਾਨਾ ਹੈ, ਮਤਵਾਲਾ ਹੈ ਅਤੇ ਸਮਝਦਾ ਹੈ ਕਿ ਸਭ ਪਾਸੇ ਪ੍ਰਭੂ ਦੀ ਹੀ ਜੋਤ ਵਿਆਪਕ ਰੂਪ ਵਿੱਚ ਤੇਜਮਾਨ ਹੈ। ਅਤੇ ਇਵੇਂ ਉਹ ਕਬੀਰ ਜੀ ਦੇ ਇਹਨਾਂ ਬਚਨਾਂ ਤੇ ਫੁੱਲ ਚੜਾਉਂਦਾ ਹੈ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਵੇਂ ਦੀ ਬਿਰਤੀ ਧਾਰਨ ਕਰਨ ਨਾਲ ਉਹ ਦੁੱਖ ਸੁੱਖ ਤੋਂ ਬੇਨਿਆਜ਼ ਹੋ ਜਾਂਦਾ ਹੈ, ਊਚ ਨੀਚ ਦੇ ਝਮੇਲਿਆਂ ਤੋਂ ਉੱਤੇ ਹੋ ਜਾਂਦਾ ਹੈ, ਮੇਰ ਤੇਰ ਦੀ ਦੁਨੀਆ ਤੋਂ ਛੁਟਕਾਰਾ ਪਾ ਲੈਂਦਾ ਹੈ ਅਤੇ ਪ੍ਰਭੂ ਦੀ ਟੇਕ ਨੂੰ ਕਿਸੇ ਵੀ ਹਾਲਤ ਵਿੱਚ ਥਿੜਕਣ ਨਹੀਂ ਦਿੰਦਾ। ਉਸ ਨੂੰ ਹਰ ਪਾਸੇ ਪ੍ਰਭੂ ਦੇ ਪ੍ਰੇਮ ਪਿਆਰ ਦਾ ਹੀ ਪਸਾਰਾ ਦਿਸਦਾ ਹੈ, ਜਿਸ ਵਿੱਚ ਵਿਸਮਾਦੀ ਨਾਦ ਹਨ, ਅਗੰਮੀ ਖੁਸ਼ੀਆਂ ਹਨ, ਸਦੀਵੀ ਖੇੜੇ ਹਨ, ਅਨੂਪਮ ਦਰਸ਼ਨ ਹਨ ਅਤੇ ਸੋਹਣੇ ਸਜੀਲੇ ਪ੍ਰੀਤਮ ਮਾਹੀ ਦੇ ਦਰਸ਼ਨ ਦੀਦਾਰੇ ਹਨ। ਸਾਰਾ ਸੰਸਾਰ ਉਸ ਦੇ ਹੁਕਮ, ਉਸ ਦੇ ਪਾਉ ਅਤੇ ਨਿਯਮ ਵਿੱਚ ਟਿਕਿਆ ਹੋਇਆ ਕਾਰੇ ਲੱਗਾ ਦਿਸਦਾ ਹੈ। ਤੂੰ ਆਪੇ ਆਪ ਵਰਤਦਾ, ਆਪ ਬਣਤ ਬਣਾਈ, ਤੁਧ ਬਿਨ ਦੂਜਾ ਕੋ ਨਹੀਂ, ਤੂੰ ਰਿਹਾ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਬਾਣੀ ਦੇ ਪ੍ਰਕਾਸ਼ ਵਿੱਚ ਦੀਨ ਦੁਨੀਆ ਤੇਰੀ ਟੇਕ ਬਾਰੇ ਵਿਚਾਰ ਕਰਨਾ ਹੈ। ਇਹ ਵਿਚਾਰ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਪੁਸਤਕ ਮਾਰਗ ਮੋਤੀ ਵਿੱਚੋਂ ਲਏ ਗਏ ਹਨ ਤੇ ਵਕਤਾ ਹਨ ਸੁਖਿੰਦਰਪਾਲ ਸਿੰਘ ਅਲੱਗ, ਸਕੱਤਰ ਜਨਰਲ, ਅਲੱਗ ਸ਼ਬਦ ਯੱਗ।